औज़ुबिल्लाहिमिनश्शैतानिर्रजीम बिस्मिल्लाहिर्रहमानिर्रहीम अस्सलामुअलैकुम वरहमतुल्लाहि वबरकातुहू। मैं अज दी वीडियो दे अंदर हर किस्म दे ऑपरेशन नूं कामयाब करन लई वजीफा लैके हाज़िर खिदमत होया। जिन्ना भी मेरे वीरां दा मेरे भरावां दा ऑपरेशन दा टाइम बन चुकिया है और मेरे दोस्त ऑपरेशन तो बहुत ज़्यादा डर रहे ने, घबरा रहे ने ਜਾਂ अपना दिल छोटा कर रहे ने। ਇਹ ਵਜ਼ੀਫਾ ਉਹਨਾਂ ਮਰੀਜ਼ਾਂ ਲਈ ਇੱਕ ਅਸਮਾਨੀ ਤੋਹਫਾ ਹੈ। ਤੁਹਾਡੇ ਜਿਸਮ ਦੇ ਕਿਸੇ ਵੀ ਹਿੱਸੇ ਦਾ ਆਪਰੇਸ਼ਨ ਆ, ਤੁਸੀਂ ਬੇਫਿਕਰ ਹੋ ਜਾਓ। ਇਨਸ਼ਾਅੱਲਾਹ ਤਾਲਾ ਅੱਲਾਹ ਦੇ ਫਜ਼ਲ ਦੇ ਨਾਲ ਇਸ ਵਜ਼ੀਫੇ ਦੀ ਬਰਕਤ ਦੇ ਨਾਲ ਤੁਹਾਡਾ ਹਰ ਕਿਸਮ ਦਾ ਆਪਰੇਸ਼ਨ ਕਾਮਯਾਬ ਹੋਏਗਾ ਔਰ ਤੁਸੀਂ ਬਹੁਤ ਜਲਦ ਸਿਹਤਮੰਦ ਹੋ ਕੇ ਆਪਣੇ ਘਰ ਵਾਪਸ ਆ ਜਾਓਗੇ ਇਨਸ਼ਾਅੱਲਾਹ ਤਾਲਾ। ਇਹ ਐਸਾ ਲਾਜਵਾਬ ਬਾ ਕਮਾਲ ਵਜ਼ੀਫਾ, ਤਾਕਤਵਰ ਵਜ਼ੀਫਾ ਹੈ ਕਿ ਆਪਰੇਸ਼ਨ ਦੇ ਨਾਲ ਨਾਲ ਤੁਹਾਡੇ ਜਿਸਮ ਦੇ ਅੰਦਰ ਜੋ ਵੀ ਬਿਮਾਰੀ ਹੋਏਗੀ ਅੱਲਾਹ ਪਾਕ ਉਸ ਬਿਮਾਰੀ ਨੂੰ ਵੀ ਹਮੇਸ਼ਾ ਲਈ ਖਤਮ ਫਰਮਾ ਦੇਣ। ਹਦੀਸ ਪਾਕ ਦੇ ਅੰਦਰ ਹੁੰਦਾ ਹੈ ਕਿ ਨਬੀ ਕਰੀਮ ਸੱਲੱਲਾਹੁ अलैहि वसल्लम ਨੇ ਇਰਸ਼ਾਦ ਫਰਮਾਇਆ ਕਿ ਪੂਰੀ ਕਾਇਨਾਤ ਦੇ ਅੰਦਰ ਐਸਾ ਕੋਈ ਦਰਖਤ ਨਹੀਂ ਜਿਸ ਦਾ ਪੱਤਾ ਟੁੱਟੇ ਤੇ ਅੱਲਾਹ ਨੂੰ ਇਸ ਦਾ ਇਲਮ ਨਾ ਹੋਵੇ। ਤੇ ਬੇਸ਼ੱਕ ਅੱਲਾਹ ਤੁਹਾਡੇ ਔਰ ਸਾਡੇ ਹਾਲ ਤੋਂ ਵਾਕਿਫ ਹੈ। ਅੱਲਾਹ ਪਾਕ ਜਿਸ ਵਕਤ ਆਪਣੇ ਕਿਸੇ ਬੰਦੇ ਨੂੰ ਆਪਣੀ ਰਹਿਮਤ ਦੇ ਨਾਲ, ਖੈਰ ਦੇ ਨਾਲ ਨਵਾਜ਼ਣਾ ਚਾਹੁੰਦੇ ਨੇ ਤੇ ਪੂਰੀ ਕਾਇਨਾਤ ਦੀ ਤਾਕਤ ਇਕੱਠੀ ਵੀ ਹੋ ਜਾਏ, ਇਸ ਬੰਦੇ ਨੂੰ ਅੱਲਾਹ ਦੀ ਰਹਿਮਤ, ਅੱਲਾਹ ਦੀ ਖੈਰ, ਅੱਲਾਹ ਦੀਆਂ ਬਰਕਤਾਂ ਦੇ ਕੋਲੋਂ ਤੇ ਪੂਰੀ ਕਾਇਨਾਤ ਦੀ ਤਾਕਤ ਇਕੱਠੀ ਵੀ ਹੋ ਜਾਏ ਤੇ ਇਸ ਨੂੰ ਰੋਕ ਨਹੀਂ ਸਕਦੇ। ਅੱਲਾਹ ਦੀ ਸ਼ਾਨ ਆ ਕਿ ਜਿਸ ਵਕਤ ਅੱਲਾਹ ਕਿਸੇ ਚੀਜ਼ ਦਾ ਇਰਾਦਾ ਕਰਦਾ ਹੈ ਤੇ ਅੱਲਾਹ ਫਰਮਾਉਂਦਾ ਹੋ ਜਾ ਤੇ ਉਹ ਹੋ ਜਾਂਦੀ ਹੈ। ਅੱਲਾਹ ਜਿਸ ਨੂੰ ਚਾਹੁੰਦਾ ਇੱਜ਼ਤ ਅਤਾ ਫਰਮਾਉਂਦਾ ਹੈ, ਜਿਸ ਨੂੰ ਚਾਹੁੰਦਾ ਹੈ ਮੁਲਕਾਂ ਦੀਆਂ ਸਰਦਾਰੀਆਂ ਅਤਾ ਫਰਮਾਉਂਦਾ ਹੈ ਔਰ ਜਿਸ ਨੂੰ ਚਾਹੁੰਦਾ ਹੈ ਸ਼ਫਾ ਅਤਾ ਫਰਮਾਉਂਦਾ ਹੈ। ਅੱਲਾਹ ਹਰ ਚੀਜ਼ ਤੇ ਗਾਲਿਬ। ਅੱਲਾਹ ਪਾਕ ਕੁਰਾਨ ਪਾਕ ਦੇ ਅੰਦਰ ਫਰਮਾਉਂਦੇ ਨੇ ਕਿ ਮੈਂ ਆਪਣੇ ਬੰਦਿਆਂ ਨੂੰ ਖਿਲਾਉਣਾ ਵੀ ਹਾਂ, ਆਪਣੇ ਬੰਦਿਆਂ ਨੂੰ ਪਿਲਾਉਣਾ ਵੀ ਹਾਂ ਔਰ ਜਿਸ ਵਕਤ ਉਹ ਬਿਮਾਰ ਹੁੰਦੇ ਨੇ ਉਹਨਾਂ ਨੂੰ ਸਿਹਤਮੰਦ ਵੀ ਮੈਂ ਹੀ ਕਰਦਾ। ਕਿਸੇ ਪਿੰਡ ਦੇ ਅੰਦਰ ਇੱਕ ਬੰਦਾ ਰਹਿੰਦਾ ਸੀ, ਉਸ ਦੀ ਲੱਤ ਦੇ ਉੱਤੇ ਛੋਟਾ ਜਿਹਾ ਜ਼ਖਮ ਬਣ ਗਿਆ। ਉਹ ਬੰਦਾ ਆਪਣੇ ਪਿੰਡ ਦੇ ਹੀ ਹਕੀਮਾਂ, ਡਾਕਟਰਾਂ ਕੋਲ ਦਵਾਈਆਂ ਲੈ ਕੇ ਖਾਂਦਾ ਰਿਹਾ। ਵਕਤੀ ਤੌਰ ਉਸ ਨੂੰ ਆਰਾਮ ਆ ਜਾਣਾ, ਉਸ ਦੀ ਦਰਦ ਖਤਮ ਹੋ ਜਾਣੀ, ਮਗਰ ਕੁਝ ਦਿਨਾਂ ਬਾਅਦ ਉਸ ਦੀ ਤਕਲੀਫ ਦੁਬਾਰਾ ਸ਼ੁਰੂ ਹੋ ਜਾਣੀ। ਉਹ ਦੇਖਦਿਆਂ ਹੀ ਉਸ ਦਾ ਜ਼ਖਮ ਬਹੁਤ ਵੱਡਾ ਬਣ ਗਿਆ। ਉਸ ਦੇ ਘਰ ਵਾਲੇ ਉਸ ਨੂੰ ਹਸਪਤਾਲ ਲੈ ਗਏ। ਡਾਕਟਰਾਂ ਨੇ ਉਸ ਦਾ ਚੈੱਕਅਪ ਕੀਤਾ, ਉਸ ਦੇ ਐਕਸਰੇ ਕਰਵਾਏ, ਉਸ ਦੀਆਂ ਰਿਪੋਰਟਾਂ ਕਰਵਾਈਆਂ। ਰਿਪੋਰਟਾਂ ਦੇ ਅੰਦਰ ਇੱਕ ਅਜੀਬੋ ਗਰੀਬ ਬਿਮਾਰੀ ਉਸ ਨੂੰ ਲੱਗ ਚੁੱਕੀ ਸੀ ਔਰ ਸਾਰਿਆਂ ਡਾਕਟਰਾਂ ਨੇ ਬੈਠ ਕੇ ਇਹ ਫੈਸਲਾ ਕੀਤਾ ਕਿ ਇਸ ਦੀ ਲੱਤ ਕੱਟਣੀ ਪੈਣੀ ਆ। ਅਗਰ ਇਸ ਦੀ ਲੱਤ ਨਾ ਕੱਟੀ ਤੇ ਇਹ ਬੰਦਾ ਮਰ ਵੀ ਸਕਦਾ ਵਾ। ਜ਼ਹਿਰ ਪੂਰੀ ਤਰ੍ਹਾਂ ਇਸ ਦੀ ਲੱਤ ਦੇ ਅੰਦਰ ਫੈਲ ਚੁੱਕਿਆ। ਉਹ ਬੰਦਾ ਬਹੁਤ ਜ਼ਿਆਦਾ ਪਰੇਸ਼ਾਨ ਹੋਇਆ, ਉਸ ਦੇ ਘਰ ਵਾਲੇ ਬਹੁਤ ਜ਼ਿਆਦਾ ਪਰੇਸ਼ਾਨ ਹੋਏ, ਮਗਰ ਉਹ ਕਰ ਵੀ ਕੁਛ ਨਹੀਂ ਸਕਦੇ ਸੀ। ਆਪਰੇਸ਼ਨ ਦਾ ਟਾਈਮ ਬਣ ਗਿਆ। ਜਿਸ ਦਿਨ ਆਪਰੇਸ਼ਨ ਸੀ ਉਸ ਦਿਨ ਮਰੀਜ਼ ਦੇ ਕੋਲ ਜੋ ਵੀ ਰੁਪਈਆ ਪੈਸਾ ਸੀ ਉਸ ਨੇ ਹਸਪਤਾਲ ਦੇ ਅੰਦਰ ਗਰੀਬਾਂ 'ਚ ਤਕਸੀਮ ਕਰਤਾ। ਜੋ ਮਰੀਜ਼ ਦਵਾਈ ਨਹੀਂ ਲੈ ਸਕਦੇ ਸੀ ਉਹਨਾਂ ਮਰੀਜ਼ਾਂ ਨੂੰ ਦਵਾਈਆਂ ਲੈਤੀਆਂ। ਸ਼ਾਮ 4 ਵਜੇ ਹਸਪਤਾਲ ਦਾ ਅਮਲਾ ਇਸ ਨੂੰ ਲੈਣ ਆਇਆ। ਆਪਰੇਸ਼ਨ ਦੀ ਤਿਆਰੀ ਮੁਕੰਮਲ ਹੋ ਚੁੱਕੀ ਸੀ। ਉਸੇ ਵਕਤ ਇੱਕ ਨਵਾਂ ਡਾਕਟਰ ਹਸਪਤਾਲ ਦੇ ਅੰਦਰ ਔਨ ਡਿਊਟੀ ਹੋਇਆ। ਉਹ ਮਰੀਜ਼ ਨੂੰ ਦੇਖਣ ਲਈ ਆਇਆ। ਉਸਨੇ ਮਰੀਜ਼ ਦੇ ਜ਼ਖਮ ਦਾ ਜਾਇਜ਼ਾ ਲਿਆ ਔਰ ਉਸਨੇ ਆਪਣੇ ਸੀਨੀਅਰ ਡਾਕਟਰਾਂ ਨੂੰ ਦੱਸਿਆ ਕਿ ਲੱਤ ਕੱਟਣ ਤੋਂ ਪਹਿਲਾਂ ਉਸਨੂੰ ਫਲਾਂ ਟੀਕਾ ਲਗਾ ਕੇ ਦੇਖ, ਅੱਲਾਹ ਦੇ ਘਰ ਉਮੀਦ ਬੜੀ ਆ ਕਿ ਇਸ ਨੂੰ ਉਸ ਟੀਕੇ ਨਾਲ ਆਰਾਮ ਆ ਜਾਏਗਾ। ਡਾਕਟਰਾਂ ਨੇ ਉਸ ਦੀ ਗੱਲ ਮੰਨ ਲਈ। ਉਸ ਡਾਕਟਰ ਨੇ ਖੁਦ ਇਸ ਮਰੀਜ਼ ਨੂੰ ਟੀਕਾ ਲਗਾਇਆ ਔਰ ਤਕਰੀਬਨ ਕੋਈ 15-20 ਮਿੰਟ ਬਾਅਦ ਉਸ ਮਰੀਜ਼ ਨੂੰ ਸਕੂਨ ਮਹਿਸੂਸ ਹੋਇਆ। ਉਸ ਦੀ ਦਰਦ ਤਕਲੀਫ ਘਟੀ ਔਰ ਜ਼ਖਮ ਦੀ ਸੋਜ ਵੀ ਘਟ ਗਈ ਔਰ ਜ਼ਖਮ ਦੇ ਅੰਦਰ ਕੁਝ ਬਿਹਤਰੀ ਨਜ਼ਰ ਆਈ। ਉਸ ਡਾਕਟਰ ਨੇ ਕਿਹਾ 7 ਦਿਨ ਇਸ ਨੂੰ ਟੀਕਾ ਲਗਾਓ, ਇਨਸ਼ਾਅੱਲਾਹ ਤਾਲਾ ਟੀਕੇ ਨਾਲ ਹੀ ਇਸ ਦੀ ਇਹ ਬਿਮਾਰੀ ਖਤਮ ਹੋ ਜਾਏਗੀ, ਲੱਤ ਨਹੀਂ ਕੱਟਣੀ ਪਏਗੀ। ਔਰ ਜਿਸ ਦਿਨ ਮਰੀਜ਼ ਸਿਹਤਯਾਬ ਹੋ ਕੇ ਆਪਣੇ ਘਰ ਰਵਾਨਾ ਹੋਣ ਲੱਗਾ ਉਸਨੇ ਸਾਰਿਆਂ ਮਰੀਜ਼ਾਂ ਦਾ, ਡਾਕਟਰਾਂ ਦਾ, ਅਮਲੇ ਦਾ ਸ਼ੁਕਰੀਆ ਅਦਾ ਕੀਤਾ ਔਰ ਇੱਕ ਨਸੀਹਤ ਕੀਤੀ ਕਿ ਅੱਲਾਹ ਨੇ ਮੇਰੀ ਲੱਤ ਦੇ ਅੰਦਰੋਂ ਜ਼ਹਿਰ ਬਿਲਕੁਲ ਹੀ ख़त्म करता, मेरी अल्लाह ने लत्त बचाती, नहीं तो सारी ज़िंदगी मैनू बिस्तर ते कढ़नी पैनी सी। जो अल्लाह दी राह ते मैं सदका खैरात कीता
अल्लाह ने वो कबूल कर लिया और अल्लाह ने मेरी। इसलिए मेरे वीरो मेरे भरावो, ਜਦੋਂ ਆਪਰੇਸ਼ਨ ਲਈ ਜਾਓ ਅੱਲਾਹ ਦੀ ਰਾਹ ਦੇ ਕੁਛ ਨਾ ਕੁਛ ਲਾਜ਼ਮੀ ਆਪਣੇ ਮਰੀਜ਼ ਵੱਲੋਂ ਤਕਸੀਮ ਕਰੋ। ਹਸਾਈ ਪਾਦਰੀ ਸੀ, ਉਸ ਨੂੰ ਕੈਂਸਰ ਹੋ ਗਿਆ। ਉਸ ਦੇ ਕੈਂਸਰ ਦਾ ਆਪਰੇਸ਼ਨ ਡਾਕਟਰਾਂ ਨੇ ਦੱਸਤਾ। ਜਿਸ ਦਿਨ ਉਸ ਦੇ ਕੈਂਸਰ ਦਾ ਆਪਰੇਸ਼ਨ ਸੀ ਉਸ ਦਿਨ ਉਸਨੇ ਕਿਤੇ ਹਦੀਸੇ ਪਾਕ ਪੜ੍ਹੀ। ਨਬੀ ਫਰਮਾ ਰਹੇ ਨੇ ਸੱਲੱਲਾਹੁ अलैहि वसल्लम ਕਿ ਆਪਣੀ ਬਿਮਾਰੀਆਂ ਦਾ ਇਲਾਜ ਸਦਕੇ ਦੇ ਨਾਲ ਕਰੋ। ਉਸ ਹਸਾਈ ਪਾਦਰੀ ਦੇ ਕੋਲ ਜੋ ਮੌਜੂਦ ਸੀ ਉਸਨੇ ਸਭ ਕੁਛ ਹੀ ਅੱਲਾਹ ਦੀ ਰਾਹ 'ਤੇ ਵੰਡਤਾ ਔਰ ਆਪਰੇਸ਼ਨ ਥੀਏਟਰ ਦੇ ਵਿੱਚ ਆ ਗਿਆ। ਆਪਰੇਸ਼ਨ ਤੋਂ ਪਹਿਲੋਂ ਡਾਕਟਰਾਂ ਨੇ ਰਿਪੋਰਟ ਕਰਵਾਈ ਕਿ ਕਿੰਨੇ ਫੀਸਦ ਇਸ ਦੇ ਜਿਸਮ ਦੇ ਅੰਦਰ ਕੈਂਸਰ ਮੌਜੂਦ ਆ ਔਰ ਕਿੰਨੇ ਫੀਸਦ ਇਸ ਦਾ ਆਪਰੇਸ਼ਨ ਕਰਨਾ ਪੈਣਾ। ਜਿਸ ਵਕਤ ਰਿਪੋਰਟ ਕਰਵਾਈ, ਰਿਪੋर्ट ਬਿਲਕੁਲ ਕਲੀਅਰ ਨਜ਼ਰ ਆਈ। ਕੈਂਸਰ ਦਾ ਨਾਮੋ ਨਿਸ਼ਾਨ ਹੀ ਅੱਲਾਹ ਨੇ ख़त्म फरमाता। ਲਾਜ਼ਮੀ ਨਹੀਂ ਬਿਮਾਰੀ ਦੇ ਅੰਦਰ ਹੀ ਤੁਸੀਂ ਅੱਲਾਹ ਦੀ ਰਾਹ ਦੇ ਸਦਕਾ ਖੈਰਾਤ ਕਰੋ। ਜਿਸ ਵਕਤ ਅੱਲਾਹ ਨੇ ਤੁਹਾਨੂੰ ਸਿਹਤ ਦਿੱਤੀ ਹੈ, ਤੰਦਰੁਸਤੀ ਦਿੱਤੀ, ਉਦੋਂ ਵੀ ਸ਼ੁਕਰਾਨੇ ਦੇ ਤੌਰ 'ਤੇ ਅੱਲਾਹ ਦੀ ਰਾਹ 'ਤੇ ਮਾਲ ਦੌਲਤ ਆਪਣਾ ਤਕਸੀਮ ਕਰੋ। ਅੱਲਾਹ ਹੋਰ ਬਰਕਤਾਂ ਅਤਾ ਫਰਮਾਏਗਾ। ਫੈਜ਼ਾਨ ਸਾਹਿਬ ਆਪਣੇ ਇਲਾਕੇ ਦੇ ਅਮੀਰ ਤਰੀਨ ਆਦਮੀ ਸੀ, ਇੱਜ਼ਤਦਾਰ ਨਫੀਸ ਇਨਸਾਨ ਸੀ। ਮਾਲ ਦੌਲਤ, बीवी बच्चे अल्लाह ने अता फरमाए सी। बीमार रहन लग पे, अपने मुल्क के अंदर इलाज करवाया, आराम ना आया। इलाज लई बाहरले मुल्क चले गए। दुनिया के बेहतरीन डॉक्टरां ने चैकअप किया। चैकअप करन तो बाद उन्होंने इस मरीज़ के बेटियां नूं 6 माह का टाइम दे दिता कि 6 माह तक तुहाडा वालद जिंदा रह सकता है। ऐसी बीमारी लग चुकी है जिसका इलाज कोई नहीं। इसलिए अपने मरीज़ नूं अपने घर लै जाओ, जितनी खिदमत हो सकती है खिदमत कर लो, इसका बचना नामुमकिन। वो अपने मरीज़ नूं अपने मुल्क ले आए, अपने घर ले आए। फैज़ान साहब अपने घर के बाहर खड़े सी। हर गुजरदा होया दिन उन्हां दी जिंदगी का दिन घट कर रहा सी। वो अपना वक्त अपने गुजरे हुए लम्हात याद कर रहे सी। आंसू उन्हां दे गिर रहे सी और सोच रहे सी कि मेरी जिंदगी दे 4 माह रह गए ने। मौत एक अटल हकीकत आ। चाहे तुसी बीमार हो, चाहे तुसी तंदुरुस्त हो, चाहे तुसी बादशाह हो या चाहे तुसी फकीर हो, मौत तुहानूं आउणी आउणी। देखते ने कि उस बाज़ार की नुक्कर ते एक औरत और एक बंदा खड़ा। औरत उस दियां मिन्नतां कर रही है, उस दे अगे हथ जोड़ रही है और बंदा नहीं मन रहा। कुछ देर के बाद बंदा नाराज़ हो के चला जाता है। औरत उत्थे खड़ी रो रही हुंदी है। फैज़ान साहब उस दे कोल जांदे ने और उसनूं पुछदे ने कि रात का इतना टाइम हो गया, तू कल्ली इस चौंक दे विच खड़ी है। उसने रो के दसिया कि भरावा मेरा बंदा फौत हो गया, 6 महीने हो गए आ। जो कुछ है सी असी खा पी लिया, किराया अदा करते रहे, किराए का घर वा। इस टाइम मेरिया बच्चियां और मेरा एक बेटा भुखे बैठे ने, बिलक रहे ने, रो रहे ने। मेरे को उन्हां दी भुख देखी नहीं गई। मैं अपना जिस्म वेचण लई बाहर आ गई। मालक मकान ने भी ऐलान करता कि अगर सुबह तक किराया ना दिता तो तुहाडा समान असी बाहर सिट देना। तो मैं वीरा बहुत ज़्यादा परेशान। तो मैं इस बंदे नूं कह रही सी कि पहलों मैनूं पैसे दे दे, मैं अपने बच्चिਆਂ ਨੂੰ कोई खाण पीण का समान दे आवां, फिर मैं आउणी। मगर वो बंदा जिद कर रहा सी कि पहलों तू मेरे नाल चल, बाद चों मैं तैनूं पैसे देवांगा। तो मैनूं अपने बच्चिਆਂ ਦੀ याद सताई जा रही है। उसे जगह ते खड़ी रहन दा कह के अपने घर हुंदे ने, जो कुछ उन्हां दी फ्रिज दे अंदर पिया, जो कुछ उन्हां दे किचन दे अंदर पिया, सब कुछ लेंदे ने और उस औरत दे नाल उस दे घर जांदे ने और उन्हां नूं दे आउंदे ने। सुबह उस दे मालक मकान नूं मिलदे ने, उस नूं 6 महीने का किराया एडवांस दे दिंदे ने और हर महीने उस औरत दे घर राशन पानी खुद दे के आउंदे ने। वक्त गुजरदा गया, उन्हां दी मौत दा वक्त करीब आ गया, मगर उन्हां नूं मौत नहीं आई। और जिस वक्त उन्हां ने बाद चों अपनियां रिपोर्टां कराइयां, उन्हां दियां रिपोर्टां इस तरह क्लीयर आईयां जिस तरह जमदे बच्चे दे अंदर कोई बीमारी नहीं हुंदी, बिल्कुल साफ पाक हुंदा। और जितनी देर फैज़ान साहब जिंदा रहे ने उतनी देर खुद इस बीबी दे घर राशन पानी दे के आउंदे रहे ने और उसका किराया अदा करते रहे ने। तकरीबन 20 साल तक जिंदा रहे और अपने बेटियां नूं एक राज तो पर्दा चकदे ने और दसदे ने कि अल्लाह ने मेरे जिस्म दे अंदरों बीमारियां ख़त्म फरमातियां। और तुसी पुछदे सी कि किस तरह मुमकिन होया।
अल्लाह ने मैनू इतना रिजक दिता कि हुण मैं जा रहा वां ते तुहाडीआं 7 नस्लां बह के खा सकदियां ने। मेरे बच्चों सिर्फ उस बेवा की वजह के नाल अल्लाह ने मेरे ते रहमतां कीतियां, मेरे ते करम कीता। इसलिए मेरे वीरो, मेरे भरावो, लाजमी अपने आंढ गवांढ ख्याल रखो, अपने महल्ले के अंदर निगाह रखो, अपने रिश्तेदारां दे अंदर निगाह रखो, अपने भैन भरावां दे अंदर निगाह रखो। इसलिए जिस भी मेरे वीर मेरे भरा दा ऑपरेशन आ उस दिन सदका खैरात लाजमी करे। और ये वजीफा जो मैं अपने सुनने वालियां नूं दस रहा, ये वजीफा मरीज़ खुद भी कर सकदा, उसकी बीवी भी कर सकदी आ, उसके बच्चे भी कर सकते आ, उसके यार दोस्त भी कर सकते आ, कोई अजीज़ रिश्तेदार भी उसका वजीफा मरीज़ लई कर सकता है। इंशाअल्लाह ताला पूरी गारंटी दे नाल, पूरी जिम्मेदारी दे नाल कह रहे हैं, जिस तरह का भी ऑपरेशन होएगा इंशाअल्लाह ताला कामयाब होएगा और बहुत जल्द सेहतमंद हो के मरीज़ अपने घर वापस आ जाए। जिस दिन ऑपरेशन होवे उस दिन जिस जगह ते बैठे हो उस जगह ते बैठे रहना। जिस वक्त सूरज निकले 2 नफल लाजमी पढ़ने ने, उस तो बाद 11 मरतबा तुसी दरूद पाक पढ़ना नमाज वाला, 1029 मरतबा तुसी अल्लाह उस समद पढ़ना। इस तो बाद मरीज़ और मरीज़ दी वालदा दा नाम 3 दफ़ा तुसी पढ़ना अपनी दुआ दे अंदर। इस तो बाद या हयो या कयूम 129 वारी पढ़ना तुसी। मरीज़ और उसदे वालिद दा नाम तुसी 3 मरतबा पढ़ना। या सलाम या हकीम 313 मरतबा। मरीज़ और उसदे दादे दा 3 दफ़ा नाम अपनी दुआ दे अंदर पढ़ना। इस वजीफे के दरमियान किसी ना गलबात नहीं करनी। सूरत तलाक पारा नंबर 28 आयत नंबर 2 और 3 ये आखिरी आयात ने 121 मरतबा पढ़नी। तो मरीज़ और मरीज़ के नाने का ना या नानी का ना 3 दफ़ा तुसी अपनी दुआ के अंदर दौड़ाना और अपने मरीज़ लई कामयाब ऑपरेशन की दुआ करनी है, सेहतमंद होने की दुआ करनी है। इसलिए कि अल्लाह पाक फरमाते ने कि जो अल्लाह दे कोलों डरेगा अल्लाह पाक उसनूं बुराइयां तो बचाई रखण और अल्लाह पाक उस लई आसानी पैदा फरमाउणगे और अल्लाह पाक ऐसी जगह तो रिज़क अता फरमाउणगे कि उसदे वहमो गुमान दे विच भी नहीं होएगा। और जो अल्लाह ते भरोसा करेगा अल्लाह उस लई काफ़ी हो जाएगा और अल्लाह जो करना चाहुंदा है करके रहिंदा है। इस तो बाद 11 मरतबा दरूद पाक पढ़ देना और पानी दे उत्ते दम कर देना। वो पानी 3 घूटां दे अंदर अपने मरीज़ नूं तुसीं पियाउणा है और अपने मरीज़ वालों सदका खैरात लाजमी करना है। इस पाक वजीफे की बरकत दे नाल तुहाडा मरीज़ बिल्कुल इस तरह हो जाएगा जिस तरह इसनूं कोई बीमारी है ही नहीं सी। जेड़े डॉक्टर उसका ऑपरेशन करनगे उन्हां डॉक्टरां नाल अल्लाह की मदद शामिल हो जाएगी और उन्हां दी मदद लई अल्लाह अपने फरिश्ते आसमानां तो भेज देगा इंशाअल्लाह ताला। इस वजीफे और अमल दे नाल उसका रूहानी ऑपरेशन भी हो जाएगा, जिस्मानी ऑपरेशन भी हो जाएगा और दोनों ऑपरेशन कामयाब होंगे। अल्लाह पाक तटते और चटते राज़ी होवे। अस्सलामु अलैकुम वरहमतुल्लाहि वबरकातुहू।